ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਗ੍ਰਿਫਤਾਰ, ਪੁਲਿਸ ਵੱਲੋਂ ਲਗਾਏ ਗਏ ਚਾਰजेस। ਕੈਨੇਡਾ ਦੀ ਆਰਥਿਕਤਾ ਦੇ ਉੱਪਰ ਪਿਆ ਅਸਰ, 40,000 ਨੌਕਰੀਆਂ ਹੋਈਆਂ ਘੱਟ। ਵੱਡੇ ਸਿਆਸਤਦਾਨ ਲੜ ਰਹੇ ਮੇਅਰ ਦੀ ਚੋਣ, ਫੈਡਰਲ ਸਿਆਸਤ ਛੱਡ ਲੋਕਲ ਸਿਆਸਤ ਦੇ ਵਿੱਚ ਸਰਗਰਮ। 4.9 ਮਿਲੀਅਨ ਡਾਲਰ ਦੀ ਭੰਗ ਬਰਾਮਦ, 2 ਬਜ਼ੁਰਗਾਂ ਖਿਲਾਫ ਕਾਰਵਾਈ। ਸੈਕਸ਼ੂਅਲ ਅਸੌਲਟ ਦੇ ਮਾਮਲੇ ਸੰਬੰਧੀ ਪੁਲਿਸ ਵੱਲੋਂ 3 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਦੱਸਦੀਏ ਕਿ ਪਿਛਲੇ ਦਿਨੀ ਇਹ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਪੁਲਿਸ ਵੱਲੋਂ ਸਸਪੈਕਟਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਪਰ ਹੁਣ ਉਹਨਾਂ ਨੇ ਦੱਸਿਆ ਕਿ 3 ਨੂੰ ਹਿਰਾਸਤ ਵਿੱਚ ਲਿਆ ਗਿਆ। ਤਿੰਨੋਂ ਜਾਣੇ ਪੰਜਾਬੀ ਮੂਲ ਦੇ ਦੱਸੇ ਗਏ ਨੇ। ਪਿਛਲੇ ਦਿਨੀ ਇੱਕ ਸੈਕਸ਼ੂਅਲ ਅਸੌਲਟ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਪੁਲਿਸ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਇਸ ਮਾਮਲੇ ਨਾਲ ਜੁੜੇ ਹੋਏ ਸਸਪੈਕਟ ਦੀਆਂ ਪਹਿਲਾਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਪਰ ਹੁਣ ਇਹਨਾਂ ਦੇ ਨਾਮ ਵੀ ਜਨਤਕ ਕਰ ਦਿੱਤੇ ਗਏ ਨੇ। ਇਹ ਤਿੰਨੋਂ ਪੰਜਾਬੀ ਦੱਸੇ ਗਏ, ਜਿਨ੍ਹਾਂ ਦੇ ਨਾਮ ਅਰਸ਼ਵੀਰ ਬਾਠ ਉਮਰ 20 ਸਾਲ, ਸੁਖਪ੍ਰੀਤ ਸਿੰਘ ਉਮਰ 23 ਸਾਲ ਤੇ ਨਰਿੰਦਰ ਔਲਖ ਉਮਰ 24 ਸਾਲ ਦੱਸੀ ਗਈ। ਪੁਲਿਸ ਵੱਲੋਂ ਜਿਨਸੀ ਹਮਲੇ ਦੇ ਦੋਸ਼ ਦੇ ਵਿੱਚ ਇਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਇਹ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਸੀ, ਜਿੱਥੇ 27 ਅਗਸਤ ਵਾਲੇ ਦਿਨ ਇਹਨਾਂ ਵੱਲੋਂ 31 ਸਾਲ ਦੀ ਔਰਤ ਦੇ ਉੱਪਰ ਜਿਨਸੀ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਹਨਾਂ ਸਸਪੈਕਟਸ ਦੀ ਉਦੋਂ ਤੋਂ ਹੀ ਭਾਲ ਕੀਤੀ ਜਾ ਰਹੀ ਸੀ। ਉਸ ਦੌਰਾਨ ਪੁਲਿਸ ਵੱਲੋਂ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਪੁਲਿਸ ਵੱਲੋਂ ਉਸ ਦੌਰਾਨ ਇਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਸੀ, ਪਰ ਕਾਰਵਾਈ ਕਰਦਿਆਂ ਹੁਣ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਇਹਨਾਂ ਦੇ ਨਾਮ ਵੀ ਆਮ ਲੋਕਾਂ ਦੇ ਨਾਲ ਸਾਂਝੇ ਕਰ ਦਿੱਤੇ ਗਏ ਨੇ। ਫਿਲਹਾਲ ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਕੈਨੇਡਾ ਦੀ ਆਰਥਿਕਤਾ ਦੇ ਉੱਪਰ ਅਸਰ ਪਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਬਾਰੇ ਅੰਕੜੇ ਪੇਸ਼ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਇੱਕ ਮਹੀਨੇ ਵਿੱਚ 40,000 ਨੌਕਰੀਆਂ ਘੱਟ ਹੋ ਗਈਆਂ ਨੇ। ਇਸ ਤੋਂ ਪਹਿਲਾਂ ਵੀ ਨੌਕਰੀਆਂ ਦੇ ਬਾਰੇ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਦਿੱਤੀ ਜਾ ਰਹੀ ਸੀ। ਬੇਰੁਜ਼ਗਾਰੀ ਦਰ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੇਠਾਂ ਆ ਗਈ। ਕੈਨੇਡਾ ਤੋਂ ਨੌਕਰੀਆਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਅਗਸਤ ਮਹੀਨੇ ਆਰਥਿਕਤਾ ਦੇ ਉੱਪਰ ਅਸਰ ਪਿਆ ਹੈ, ਜਿੱਥੇ ਨੌਕਰੀਆਂ ਘੱਟ ਹੋਣ ਦੇ ਬਾਰੇ ਅੰਕੜਾ ਸਾਂਝਾ ਕੀਤਾ ਗਿਆ। ਜੀ ਹਾਂ, ਅਗਸਤ ਮਹੀਨੇ ਦੌਰਾਨ ਕੈਨੇਡਾ ਵਿੱਚ 40,000 ਨੌਕਰੀਆਂ ਖਤਮ ਹੋ ਗਈਆਂ ਤੇ ਬੇਰੁਜ਼ਗਾਰੀ ਦਰ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਦੇਖਣ ਨੂੰ ਮਿਲਿਆ। ਜੂਨ ਅਤੇ ਜੁਲਾਈ ਵਿੱਚ ਕੁੱਲ 74,000 ਨੌਕਰੀਆਂ ਖਤਮ ਹੋਈਆਂ ਸਨ। ਹੁਣ ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਨਵੇਂ ਅੰਕੜੇ ਪੇਸ਼ ਕੀਤੇ ਗਏ, ਉਹਨਾਂ ਮੁਤਾਬਕ ਕੈਨੇਡੀਅਨ ਆਰਥਿਕਤਾ ਦੇ ਵਿੱਚ ਅਗਸਤ ਮਹੀਨੇ 40,000 ਨੌਕਰੀਆਂ ਖਤਮ ਹੋਈਆਂ। ਇਸ ਨਾਲ ਬੇਰੁਜ਼ਗਾਰੀ ਦਰ ਵੱਧ ਕੇ 5.4% ਦਰਜ ਕੀਤੀ ਗਈ। ਜੂਨ ਅਤੇ ਜੁਲਾਈ ਦੇ ਵਿੱਚ ਲਗਾਤਾਰ 2 ਮਹੀਨੇ ਅਰਥਚਾਰੇ ਵਿੱਚੋਂ ਨੌਕਰੀਆਂ ਦੀ ਕਮੀ ਆਉਣ ਤੋਂ ਬਾਅਦ ਅਰਥਸ਼ਾਸਤਰੀਆਂ ਦਾ ਅੰਦਾਜ਼ਾ ਸੀ ਕਿ ਅਗਸਤ ਵਿੱਚ ਕਰੀਬ 10,000 ਤੋਂ 15,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਪਰ ਅੰਕੜਿਆਂ ਦੇ ਅੰਦਾਜ਼ੇ ਬਿਲਕੁਲ ਅਲੱਗ ਦਿਖਾਈ ਦਿੱਤੇ ਨੇ। ਹੁਣ ਜੋ ਅਗਸਤ ਮਹੀਨੇ ਬਾਰੇ ਅੰਕੜੇ ਸਾਹਮਣੇ ਆਏ ਨੇ, ਮਈ ਤੋਂ ਹੁਣ ਤੱਕ ਖਤਮ ਹੋਈਆਂ ਨੌਕਰੀਆਂ ਦੀ ਕੁੱਲ ਗਿਣਤੀ 1 ਲੱਖ ਤੋਂ ਪਾਰ ਕਰ ਗਈ ਹੈ। ਨੌਕਰੀਆਂ ਦੇ ਵਿੱਚ ਜੋ ਗਿਰਾਵਟ ਆਈ ਹੈ, ਉਸਨੇ ਪਿਛਲੇ 7 ਮਹੀਨਿਆਂ ਵਿੱਚ ਪਹਿਲੀ ਵਾਰੀ ਬੇਰੁਜ਼ਗਾਰੀ ਦਰ ਵਿੱਚ ਵਾਧਾ ਕੀਤਾ। ਜੂਨ ਵਿੱਚ ਕੈਨੇਡਾ ਅੰਦਰ ਬੇਰੁਜ਼ਗਾਰੀ ਦਰ ਘਟ ਕੇ 4.9% ਦੇ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਈ। ਜੁਲਾਈ ਵਿੱਚ ਇਹ ਦਰ ਸਥਿਰ ਰਹੀ, ਪਰ ਅਗਸਤ ਵਿੱਚ ਬੇਰੁਜ਼ਗਾਰੀ ਦਰ ਵਿੱਚ 0.50% ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਸਾਲ ਦੇ ਅਗਸਤ ਦੀ ਤੁਲਨਾ ਦੇ ਵਿੱਚ ਇਹ 5.4% ਦਾ ਵਾਧਾ ਦੱਸਿਆ ਜਾ ਰਿਹਾ ਹੈ। ਦੱਸਦੀਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਲਗਾਤਾਰ ਨੌਕਰੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਤਾਜ਼ਾ ਅੰਕੜਿਆਂ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿੰਨੀਆਂ ਨੌਕਰੀਆਂ ਆਰਥਿਕਤਾ ਦੇ ਵਿੱਚ ਘੱਟ ਹੋਈਆਂ ਨੇ ਤੇ ਬੇਰੁਜ਼ਗਾਰੀ ਦਰ ਕਿੰਨੀ ਦਰਜ ਕੀਤੀ ਗਈ। ਬਹੁਤ ਸਾਰੇ ਫੈਡਰਲ ਸਿਆਸਤ ਦੇ ਨਾਲ ਜੁੜੇ ਹੋਏ ਸਿਆਸਤਦਾਨ ਅਜਿਹੇ ਨੇ, ਜਿਨ੍ਹਾਂ ਵੱਲੋਂ ਹੁਣ ਮੇਅਰ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਨੇ। ਮੇਅਰ ਦੀ ਚੋਣ ਦੇ ਉਮੀਦਵਾਰ ਦੇ ਤੌਰ ਦੇ ਉੱਪਰ ਇਹ ਫੈਡਰਲ ਲੈਵਲ ਦੇ ਸਿਆਸਤਦਾਨ ਚੋਣ ਮੈਦਾਨ ਦੇ ਵਿੱਚ ਉਤਰੇ ਹਨ। ਸੋ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਜ਼ਿਕਰ ਕਰਾਂਗੇ ਉਹਨਾਂ ਤਮਾਮ ਸਿਆਸਤਦਾਨਾਂ ਦਾ, ਜਿਹੜੇ ਕਿ ਫੈਡਰਲ ਸਿਆਸਤ ਤੋਂ ਬਾਅਦ ਹੁਣ ਲੋਕਲ ਸਿਆਸਤ ਦੇ ਵਿੱਚ ਆਪਣੀ ਕਿਸਮਤ ਆਜ਼ਮਾਈ ਕਰ ਰਹੇ ਨੇ। ਹੁਣ ਕਈ ਵੱਡੇ ਸਿਆਸਤਦਾਨ ਫੈਡਰਲ ਸਿਆਸਤ ਨੂੰ ਛੱਡ ਕੇ ਲੋਕਲ ਸਿਆਸਤ ਦੇ ਵਿੱਚ ਆਪਣੀ ਕਿਸਮਤ ਆਜ਼ਮਾ ਰਹੇ ਹਨ। ਦਰਅਸਲ ਸਰੀ ਦੇ ਵਿੱਚ ਹੁਣ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਤੋਂ ਬਾਅਦ ਕਈ ਐਮਐਲਏ ਅਤੇ ਐਮਪੀ ਚੋਣ ਮੈਦਾਨ ਦੇ ਵਿੱਚ ਹਨ। ਪੰਜਾਬੀ ਮੂਲ ਦੇ ਸੁਖ ਧਾਲੀਵਾਲ, ਜੋ ਕਿ ਸਰੀ ਤੋਂ 6 ਵਾਰ ਐਮਪੀ ਚੁਣੇ ਜਾ ਚੁੱਕੇ ਨੇ, ਉਹ ਵੀ ਇਸ ਵੇਲੇ ਸਰੀ ਨਿਊਟਨ ਰਾਈਟਿੰਗ ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਐਮਪੀ ਹਨ। ਸਰੀ ਦੇ ਮੇਅਰ ਦੀ ਚੋਣ ਦੇ ਵਿੱਚ ਉਹ ਇਸ ਵੇਲੇ ਮੈਦਾਨ 'ਚ ਨੇ। ਗੋਰਡੀ ਹੌਗ, ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਐਮਐਲਏ ਅਤੇ ਐਮਪੀ ਰਹਿ ਚੁੱਕੇ ਨੇ, ਮੁੜ ਤੋਂ ਮਿਊਨਿਸਪਲ ਸਿਆਸਤ ਦੇ ਵਿੱਚ ਹਿੱਸਾ ਲੈਣ ਜਾ ਰਹੇ ਹਨ। ਹੌਗ ਨੇ ਆਪਣੀ ਸਿਆਸਤ ਵਾਈਟ ਰੌਕ ਸ਼ਹਿਰ ਦੇ ਮੇਅਰ ਵਜੋਂ ਸ਼ੁਰੂ ਕੀਤੀ ਸੀ।
ਪ੍ਰੋਵਿੰਸ ਸਿਆਸਤ ਦੇ ਵਿੱਚ ਐਮਐਲਏ ਅਤੇ ਮਿਨਿਸਟਰ ਵਜੋਂ ਕੰਮ ਕਰਨ ਤੋਂ ਬਾਅਦ ਹੌਗ 2017 ਦੌਰਾਨ ਐਮਪੀ ਵੀ ਚੁਣੇ ਗਏ। ਪਿਛਲੇ ਸਾਲ ਜਿਹੜੀਆਂ ਚੋਣਾਂ ਹੋਈਆਂ ਉਸ ਵਿੱਚ ਗੋਰਡੀ ਹੌਗ ਚੋਣ ਹਾਰ ਗਏ ਅਤੇ ਹੁਣ ਉਹ ਮੁੜ ਤੋਂ ਮਿਊਨਿਸਪਲ ਸਿਆਸਤ ਦੇ ਵਿੱਚ ਸਰਗਰਮ ਹੋਣ ਜਾ ਰਹੇ ਨੇ। ਪੰਜਾਬੀ ਮੂਲ ਦੀ ਜਿਨੀ ਸਿਮਜ਼ ਜੋ ਕਿ ਐਨਡੀਪੀ ਪਾਰਟੀ ਦੀ ਮੌਜੂਦਾ ਐਮਐਲਏ ਹੈ, ਉਹ ਵੀ ਸਰੀ ਮੇਅਰ ਦੀ ਚੋਣ ਲੜ ਰਹੇ ਹਨ। ਜਿਨੀ 2017 ਤੋਂ ਸਰੀ ਰਾਈਡਿੰਗ ਤੋਂ ਐਮਐਲਏ ਸਨ ਅਤੇ ਸਿਟੀਜ਼ਨ ਸਰਵਿਸਿਜ਼ ਮਿਨਿਸਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਜਿਨੀ ਫੈਡਰਲ ਸਿਆਸਤ ਦੇ ਵਿੱਚ ਵੀ ਰਹਿ ਚੁੱਕੇ ਨੇ। ਸਾਲ 2011 ਦੌਰਾਨ ਐਮਪੀ ਚੁਣੇ ਜਾਣ ਤੋਂ ਬਾਅਦ ਸਿਮਜ਼ ਨੂੰ ਇਮੀਗ੍ਰੇਸ਼ਨ ਕ੍ਰਿਟਿਕ ਦੀ ਜ਼ਿੰਮੇਵਾਰੀ ਦਿੱਤੀ ਗਈ। ਕਾਉਂਸਲਰ ਬ੍ਰੈਡਾ ਲੌਕ ਜੋ ਕਿ ਸਰੀ ਦੇ ਮੇਅਰ ਵਾਸਤੇ ਚੋਣ ਮੈਦਾਨ ਵਿੱਚ ਹਨ, ਉਹਨਾਂ ਵੱਲੋਂ ਪ੍ਰੋਵਿੰਸ ਸਿਆਸਤ ਦੇ ਵਿੱਚ ਹੱਥ ਅਜ਼ਮਾਇਆ ਗਿਆ ਸੀ। ਪ੍ਰੋਵਿੰਸ਼ੀਅਲ ਪੱਧਰ ਦੇ ਉੱਪਰ ਬ੍ਰੈਡਾ ਮੈਂਟਲ ਹੈਲਥ ਐਂਡ ਅਕਮੋਡੇਸ਼ਨ ਮਿਨਿਸਟਰ ਵੀ ਰਹਿ ਚੁੱਕੇ ਨੇ। ਬ੍ਰੈਡਾ ਲੌਕ ਨੇ 2 ਵਾਰ ਐਮਪੀ ਵਜੋਂ ਵੀ ਚੋਣ ਲੜੀ, ਪਰ ਉਹ ਪੰਜਾਬੀ ਮੂਲ ਦੀ ਨੀਨਾ ਗਰੇਵਾਲ ਤੋਂ ਚੋਣ ਹਾਰ ਗਏ। ਬ੍ਰੈਡਾ ਲੌਕ ਸਾਲ 2018 ਦੌਰਾਨ ਕਾਉਂਸਲਰ ਵੀ ਚੁਣੇ ਗਏ ਸਨ। ਸਾਬਕਾ ਓਨਟਾਰੀਓ ਲਿਬਰਲ ਲੀਡਰ ਸਟੀਫਨ ਡੈਕ ਡੂਕਾ ਓਨਟਾਰੀਓ ਦੇ ਵੌਨ ਸ਼ਹਿਰ ਦੇ ਮੇਅਰ ਦੀ ਚੋਣ ਲੜ ਰਹੇ ਹਨ। ਇਸ ਬਾਰੇ ਸੁਖ ਧਾਲੀਵਾਲ ਦਾ ਕਹਿਣਾ ਹੈ ਕਿ ਸਰੀ ਦੇ ਰਹਿਣ ਵਾਲੇ ਹੋਣ ਦੇ ਨਾਤੇ ਉਹ ਸ਼ਹਿਰ ਬਾਰੇ ਫਿਕਰਮੰਦ ਹਨ। ਸੁਖ ਧਾਲੀਵਾਲ ਦਾ ਕਹਿਣਾ ਹੈ ਕਿ ਲੰਘੇ ਕੁਝ ਸਾਲਾਂ ਦੌਰਾਨ ਫੈਡਰਲ ਸਰਕਾਰ ਨੇ ਸ਼ਹਿਰ ਵਿੱਚ ਵਿਕਾਸ ਵਾਸਤੇ ਵੱਖ-ਵੱਖ ਪ੍ਰੋਜੈਕਟ ਚਲਾਏ, ਜਿਸ ਤਹਿਤ ਸਾਰੀ ਫੰਡਿੰਗ ਦਿੱਤੀ ਗਈ। ਇੱਕ ਮੇਅਰ ਵਜੋਂ ਫੈਡਰਲ ਅਤੇ ਪ੍ਰੋਵਿੰਸ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਪੈਂਦਾ ਹੈ। ਇਹਨਾਂ ਵਿਚਾਰਾਂ ਦੀ ਸਾਂਝ ਵੀ ਉਹਨਾਂ ਵੱਲੋਂ ਪਾਈ ਗਈ। 4.9 ਮਿਲੀਅਨ ਡਾਲਰ ਦੀ ਭੰਗ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ 2 ਬਜ਼ੁਰਗਾਂ ਦੇ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਇਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ। ਅਧਿਕਾਰੀਆਂ ਵੱਲੋਂ ਵੱਡੀ ਮਾਤਰਾ ਵਿੱਚ ਭੰਗ ਬਰਾਮਦ ਕੀਤੀ ਗਈ ਹੈ। ਕਾਰਵਾਈ ਕਰਦਿਆਂ 2 ਸੀਨੀਅਰਸ ਦੇ ਉੱਪਰ ਚਾਰजेस ਲਗਾਏ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 4.9 ਮਿਲੀਅਨ ਡਾਲਰ ਦੀ ਗੈਰ ਕਾਨੂੰਨੀ ਭੰਗ ਬਰਾਮਦ ਕੀਤੀ। ਜੀ ਹਾਂ, ਇਹ ਮਾਮਲਾ ਕੈਲੇਡਨ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਨਸ਼ਾ ਬਰਾਮਦ ਕੀਤਾ ਗਿਆ। ਇਸ ਸੰਬੰਧ ਵਿੱਚ 2 ਜਾਣਿਆਂ ਦੇ ਉੱਪਰ ਚਾਰजेस ਲਗਾਏ ਗਏ, ਜਿਸ ਬਾਰੇ ਕੈਲੇਡਨ ਪੁਲਿਸ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜੁਲਾਈ 2022 ਦੌਰਾਨ ਉਹਨਾਂ ਨੂੰ ਇਸ ਸੰਬੰਧ ਵਿੱਚ ਟਿਪ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਆਰੰਭ ਦਿੱਤੀ। ਜਾਂਚ ਪੜਤਾਲ ਦੌਰਾਨ ਹੀ ਉਹਨਾਂ ਦੇ ਹੱਥ ਇਸ ਸਫਲਤਾ ਲੱਗੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 4 ਮਿਲੀਅਨ ਤੋਂ ਵੱਧ ਦੀ ਗੈਰ ਕਾਨੂੰਨੀ ਭੰਗ ਬਰਾਮਦ ਕੀਤੀ ਗਈ। ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 615 ਕਿਲੋ ਗਰਾਊਂਡ ਕੈਨੇਬੀਜ਼, 109 ਕਿਲੋ ਰਿਫਾਈਨਡ ਕੈਨੇਬੀਜ਼, 6.5 ਕਿਲੋ ਡਰਾਈਡ ਬਰਡ ਮੈਰੀਜੁਆਨਾ, 16.5 ਕਿਲੋਗ੍ਰਾਮ ਬੁਟੇਨ ਕੈਨੇਬੀਜ਼ ਆਇਲ, 9 ਕਿਲੋਗ੍ਰਾਮ ਹੈਸ਼, 500 ਮੈਰੀਜੁਆਨਾ ਦੇ ਬੂਟੇ ਅਤੇ ਹੋਰ ਵੀ ਕਈ ਚੀਜ਼ਾਂ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ। ਹੁਣ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਗਈ ਉਹਨਾਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਥੀਯਨ, ਉਮਰ 65 ਸਾਲ, ਨੈਮ ਜਿਸ ਦੀ ਉਮਰ 67 ਸਾਲ ਦੱਸੀ ਗਈ। ਇਹਨਾਂ ਦੋਹਾਂ ਦੇ ਉੱਪਰ ਹੀ ਪੁਲਿਸ ਵੱਲੋਂ ਹੁਣ ਚਾਰजेस ਲਗਾਏ ਨੇ ਤੇ ਜਲਦ ਹੀ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ 188831011122 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800222847 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਕੈਨੇਡਾ ਦੇ ਉੱਪਰ ਵੀ ਇਸ ਦਾ ਅਸਰ ਪਵੇਗਾ। ਕਿਸ ਤਰ੍ਹਾਂ ਕੈਨੇਡਾ ਇਸ ਨਾਲ ਪ੍ਰਭਾਵਿਤ ਹੋਏਗਾ, ਇਸ ਖਬਰ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲ ਹੀ ਦੱਸਾਂਗੇ ਕਿ ਕੈਨੇਡਾ ਵਿੱਚ ਹੁਣ ਕੀ ਕੁਝ ਕੀਤਾ ਜਾ ਰਿਹਾ ਹੈ। ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਇਹ ਸਵਾਲ ਖੜਾ ਹੋ ਗਿਆ ਹੈ ਕਿ ਇਸ ਦਾ ਕੈਨੇਡਾ ਦੇ ਉੱਪਰ ਕੀ ਅਸਰ ਪਵੇਗਾ। ਇਸ ਖਬਰ ਦੇ ਵਿੱਚ ਇਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਇਸ ਦਾ ਕੈਨੇਡਾ ਦੇ ਉੱਪਰ ਕੀ ਅਸਰ ਪੈਣ ਵਾਲਾ ਹੈ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲਸ ਅਤੇ ਪ੍ਰੋਸੈਸ ਦੀ ਪਾਲਣਾ ਸ਼ੁਰੂ ਕਰ ਦਿੱਤੀ ਗਈ ਹੈ। ਫੈਡਰਲ ਸਰਕਾਰ ਨੇ ਮਹਾਰਾਣੀ ਦੇ ਦੇਹਾਂਤ ਨਾਲ ਸੰਬੰਧਿਤ ਆਪਣੇ ਪਲਾਨ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ, ਪਰ ਕਾਫੀ ਸੰਭਾਵਨਾ ਹੈ ਕਿ ਸਰਕਾਰ 1968 ਵਿੱਚ ਪ੍ਰੀਵੀ ਕੌਂਸਲ ਦੁਆਰਾ ਤਿਆਰ ਕੀਤੇ ਗਏ ਕੈਨੇਡਾ ਦੇ ਸਰਕਾਰ ਦੇ ਮੈਨੂਅਲ ਆਫ ਆਫੀਸ਼ੀਅਲ ਪ੍ਰੋਸੀਜਰ ਆਫ ਗਵਰਨਮੈਂਟ ਆਫ ਕੈਨੇਡਾ ਤੇ ਹੀ ਨਿਰਭਰ ਕਰੇਗੀ। ਪ੍ਰਧਾਨ ਮੰਤਰੀ ਦੇ ਉੱਪਰ ਨਿਰਭਰ ਕਰੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਅਧਿਕਾਰਿਤ ਆਯੋਜਨ ਰੱਖਦੇ ਹਨ। ਇੱਥੇ ਵੀ ਦੱਸ ਦਈਏ ਕਿ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਵੀਰਵਾਰ ਵਾਲੇ ਦਿਨ ਆਪਣੇ ਭਾਸ਼ਣ ਵਿੱਚ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿੱਥੇ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਬਤੌਰ ਮਹਾਰਾਣੀ ਦੇ ਨੁਮਾਇੰਦੇ ਵਜੋਂ ਨਿਯੁਕਤੀ ਕੀਤੇ ਜਾਣ ਵੇਲੇ ਉਹਨਾਂ ਨੂੰ ਮਿਲਣਾ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਸੀ। ਪ੍ਰੋਟੋਕਾਲ ਦੇ ਮੁਤਾਬਕ ਮਹਾਰਾਣੀ ਦੀ ਮੌਤ ਤੋਂ ਬਾਅਦ ਗਵਰਨਰ ਜਨਰਲ ਅਤੇ ਸੂਬਿਆਂ ਦੇ ਲੈਫਟੀਨੈਂਟ ਗਵਰਨਰਾਂ ਨੇ ਸ਼ੋਕ ਵਿੱਚ ਅਧਿਕਾਰਿਤ ਬਿਆਨ ਜਾਰੀ ਕੀਤੇ। ਪ੍ਰਧਾਨ ਮੰਤਰੀ ਤੇ ਹੋਰ ਫੈਡਰਲ, ਸੂਬਾਈ ਅਤੇ ਪ੍ਰਦੇਸ਼ ਸਰਕਾਰਾਂ ਦੇ ਮੈਂਬਰਾਂ ਵੱਲੋਂ ਵੀ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ।
ਹਾਊਸ ਆਫ ਕਾਮਨਸ ਦੀ ਕਾਰਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰੋਟੋਕਾਲ ਦੇ ਮੁਤਾਬਕ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਨੂੰ ਦੁਬਾਰਾ ਸੱਦਿਆ ਜਾਣਾ ਹੈ, ਜਿਸ ਵਿੱਚ ਉਹ ਸਾਂਝੇ ਭਾਸ਼ਣ ਵਿੱਚ ਹਮਦਰਦੀ ਅਤੇ ਸ਼ੋਕ ਸੰਦੇਸ਼ ਦੇਣਗੇ। ਪ੍ਰਧਾਨ ਮੰਤਰੀ ਮਤਿਆਂ ਦੀ ਵੀ ਵਿਵਸਥਾ ਕਰਨਗੇ, ਜਿਸ ਨੂੰ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਸਪੋਰਟ ਦਿੱਤੀ ਜਾਵੇਗੀ। ਕੈਨੇਡਾ ਦੀ ਸਰਕਾਰ ਦੇ ਮੈਨੂਅਲ ਆਫ ਆਫੀਸ਼ੀਅਲ ਪ੍ਰੋਸੀਜਰ ਮੁਤਾਬਕ ਪ੍ਰਧਾਨ ਮੰਤਰੀ ਹਾਊਸ ਆਫ ਕਾਮਨਸ ਦੀ ਕਾਰਵਾਈ ਨੂੰ ਮਹਾਰਾਣੀ ਨੂੰ ਸਤਿਕਾਰ ਵਜੋਂ ਮੁਲਤਵੀ ਕਰਨ ਦੀ ਅਗਵਾਈ ਕਰਨਗੇ। ਇਸ ਦੌਰਾਨ ਗਵਰਨਰ ਜਨਰਲ ਤੇ ਪ੍ਰਧਾਨ ਮੰਤਰੀ ਕਿੰਗ ਚਾਰਲਸ ਅਤੇ ਸ਼ਾਹੀ ਪਰਿਵਾਰ ਨੂੰ ਨਿੱਜੀ ਸੰਦੇਸ਼ ਵੀ ਭੇਜਣਗੇ। ਦੱਸਿਏ ਕਿ ਯੂਕੇ ਵਿੱਚ ਮਹਾਰਾਣੀ ਦੀ ਮੌਤ ਦਾ 12 ਦਿਨਾਂ ਤੱਕ ਰਾਸ਼ਟਰੀ ਸੋਗ ਹੋਵੇਗਾ। ਹਾਲਾਂਕਿ ਇਸ ਦੀ ਘੱਟ ਸੰਭਾਵਨਾ ਹੈ ਕਿ ਕੈਨੇਡਾ ਵੀ ਇੰਨੇ ਦਿਨਾਂ ਵਾਸਤੇ ਸੋਗ ਮਨਾਏਗਾ। ਕੈਨੇਡਾ ਰਾਣੀ ਦੇ ਦੇਹਾਂਤ ਦਾ ਕਿਸ ਤਰ੍ਹਾਂ ਸੋਗ ਮਨਾਏਗਾ, ਇਹ ਮੁੱਖ ਤੌਰ ਦੇ ਉੱਪਰ ਮੌਜੂਦਾ ਸਰਕਾਰ ਉੱਪਰ ਨਿਰਭਰ ਕਰਦਾ ਹੈ। ਹੈਲਥ ਕੈਨੇਡਾ ਵੱਲੋਂ ਛੋਟੇ ਬੱਚਿਆਂ ਵਾਸਤੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 6 ਮਹੀਨੇ ਤੋਂ 4 ਸਾਲ ਦੇ ਬੱਚਿਆਂ ਵਾਸਤੇ ਫਾਈਜ਼ਰ ਦਾ ਟੀਕਾ ਮਨਜ਼ੂਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡਾਟਾ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਨੂੰ ਰਿਵਿਊ ਕਰਨ ਤੋਂ ਬਾਅਦ ਹੀ ਫੈਸਲਾ ਸੁਣਾਇਆ ਗਿਆ। ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਟੀਕਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਮਨਜ਼ੂਰ ਕੀਤਾ ਗਿਆ। ਜੀ ਹਾਂ, ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਛੋਟੇ ਬੱਚਿਆਂ ਵਾਸਤੇ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਹੈਲਥ ਕੈਨੇਡਾ ਵੱਲੋਂ 6 ਮਹੀਨਿਆਂ ਤੋਂ ਲੈ ਕੇ 4 ਸਾਲ ਦੇ ਬੱਚਿਆਂ ਵਾਸਤੇ ਟੀਕਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਬਾਰੇ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੋ ਡਾਟਾ ਉਹਨਾਂ ਨੂੰ ਦਿੱਤਾ ਗਿਆ ਸੀ, ਇਸ ਪੂਰੇ ਡਾਟੇ ਨੂੰ ਰਿਵਿਊ ਕੀਤਾ ਗਿਆ, ਜਿਸ ਤੋਂ ਬਾਅਦ ਹੈਲਥ ਕੈਨੇਡਾ ਨੇ ਆਪਣਾ ਫੈਸਲਾ ਸੁਣਾਇਆ ਹੈ। ਫਾਈਜ਼ਰ ਵੱਲੋਂ 4000 ਤੋਂ ਵੱਧ ਬੱਚਿਆਂ ਦੇ ਉੱਪਰ ਆਪਣੇ ਟੀਕੇ ਨੂੰ ਅਜ਼ਮਾਇਆ ਗਿਆ ਸੀ, ਜਿਸ ਦੇ ਨਤੀਜੇ ਸਹੀ ਨਿਕਲੇ। Today, Health Canada authorised the 10 microgram Pfizer-BioNTech Comirnaty COVID-19 vaccine for use as a booster dose in children aged 5 to 11 years, and NACI released a national guidance for its use in Canada. This booster dose provides a great option to restore protection for this age group, especially for those who are at high risk of severe illness. Specifically, NACI recommends that children 5 to 11 years of age who have an underlying medical condition that places them at high risk of severe illness due to COVID-19, including children who are immunocompromised, should be offered a first booster dose of the 10 microgram Pfizer-BioNTech Comirnaty COVID-19 vaccine at least 6 months after completion of a primary series. For all other children in this age group, NACI recommends the 10 microgram Comirnaty vaccine may be offered as a first booster at least 6 months after completion of a primary series in the context of heightened epidemiological risk. Although there remains much to be learned about post-COVID-19 condition, also known as PCC or long COVID, several studies have now shown that COVID-19 vaccination reduces the risk of developing PCC if a person who is vaccinated with 2 or more doses later becomes infected. Ongoing research will help strengthen the evidence on this important issue. ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਵੱਲੋਂ ਟਰੱਕ ਚੋਰੀ ਕੀਤਾ ਗਿਆ। ਇਹ ਟਰੱਕ ਫਰਨੀਚਰ ਦੇ ਨਾਲ ਲੱਦਿਆ ਗਿਆ ਸੀ। ਪੁਲਿਸ ਨੇ ਜਦੋਂ ਵਾਹਨ ਫੜਿਆ ਤਾਂ ਇਸ ਵਿੱਚ 2 ਜਾਣੇ ਮੌਜੂਦ ਸਨ। ਇੱਕ ਦੀ ਪਹਿਚਾਣ ਪੰਜਾਬੀ ਮੂਲ ਦੇ ਵਿਅਕਤੀ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਵੱਲੋਂ ਵਾਹਨ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਪੰਜਾਬੀ ਮੂਲ ਦੇ ਵਿਅਕਤੀ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਲਿਆ। ਇਹ ਮਾਮਲਾ ਕੈਲੇਡਨ ਦੇ ਨਾਲ ਸੰਬੰਧਿਤ ਦੱਸਿਆ ਗਿਆ, ਜਿਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਫਰਨੀਚਰ ਨਾਲ ਭਰਿਆ ਹੋਇਆ ਵਪਾਰਕ ਟਰੱਕ ਚੋਰੀ ਕੀਤਾ। ਪੁਲਿਸ ਵੱਲੋਂ ਇਸ ਟਰੱਕ ਨੂੰ ਬਰਾਮਦ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਉਹਨਾਂ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਸ ਵਿੱਚ ਇੱਕ ਪੰਜਾਬੀ ਮੂਲ ਦਾ ਵਿਅਕਤੀ ਵੀ ਦੱਸਿਆ ਗਿਆ, ਜਿਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇਸ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਅਟਵਾਲ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ 1 ਸਤੰਬਰ ਨੂੰ ਦੁਪਹਿਰ ਦੇ ਲਗਭਗ 12:26 ਦੇ ਕਰੀਬ ਪੁਲਿਸ ਅਧਿਕਾਰੀਆਂ ਵੱਲੋਂ ਕੈਲੇਡਨ ਦੇ ਵਿੱਚ ਇੱਕ ਟਰਾਂਸਪੋਰਟ ਟਰੱਕ ਨੂੰ ਦੇਖਿਆ ਗਿਆ। ਸ਼ੁਰੂ ਦੇ ਵਿੱਚ ਪੁਲਿਸ ਵੱਲੋਂ ਇਹ ਨੋਟ ਕੀਤਾ ਗਿਆ ਕਿ ਖੜੇ ਟ੍ਰੇਲਰ ਦੇ ਉੱਪਰ ਕੋਈ ਵੀ ਨੰਬਰ ਪਲੇਟ ਨਹੀਂ ਹੈ। ਅਧਿਕਾਰੀਆਂ ਨੇ ਗੱਡੀ ਦੇ ਨੇੜੇ ਜਾ ਕੇ ਵੇਖਿਆ ਤੇ ਅੰਦਰ 2 ਵਿਅਕਤੀ ਸੁੱਤੇ ਪਏ ਸਨ। ਬਾਅਦ ਦੇ ਵਿੱਚ ਇਹਨਾਂ ਵਿਅਕਤੀਆਂ ਵੱਲੋਂ ਜਦੋਂ ਪੁਲਿਸ ਨੂੰ ਦੇਖਿਆ ਗਿਆ ਤੇ ਉਹਨਾਂ ਨੇ ਟ੍ਰੇਲਰ ਨੂੰ ਤੇਜ਼ ਰਫ਼ਤਾਰ ਦੇ ਵਿੱਚ ਭਜਾ ਲਿਆ, ਜਿਸ ਵਿੱਚ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਦੱਸਿਆ ਗਿਆ। ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕਰਦਿਆਂ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਟਰੈਕਟਰ ਟ੍ਰੇਲਰ ਸਵੇਰ ਦੇ ਸਮੇਂ 에ਅਰਪੋਰਟ ਰੋਡ ਦੇ ਉੱਪਰ ਇਹਨਾਂ ਵਿਅਕਤੀਆਂ ਵੱਲੋਂ ਚੋਰੀ ਕੀਤਾ ਗਿਆ।
ਪੁਲਿਸ ਵੱਲੋਂ ਕਾਰਵਾਈ ਕਰਦਿਆਂ ਜਸਵਿੰਦਰ ਅਟਵਾਲ ਦੇ ਉੱਪਰ ਚਾਰजेस ਲਗਾਏ ਤੇ ਦੂਸਰੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤੇ ਜਾਣ ਦੀ ਪਹਿਚਾਣ ਉਹਨਾਂ ਨੇ ਦੱਸੀ ਹੈ। ਇਸ ਤੋਂ ਪਹਿਲਾਂ 30 ਸਾਲ ਦੇ ਨਵਤੇਜ ਸਿੰਘ ਨੂੰ ਟਰੱਕ ਟ੍ਰੇਲਰ ਦੀ ਚੋਰੀ ਕਰਨ ਦੇ ਸੰਬੰਧ ਵਿੱਚ ਗ੍ਰਿਫਤਾਰ ਕਰਦਿਆਂ ਪੁਲਿਸ ਵੱਲੋਂ ਚਾਰजेस ਲਗਾਏ ਗਏ ਸੀ। ਭਾਰਤੀ ਮੂਲ ਦਾ ਵਿਅਕਤੀ ਸਰੀ ਦੇ ਵਿੱਚ ਲਾਪਤਾ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਵਰਮਾ ਨਾਮ ਦੇ ਨੌਜਵਾਨ ਦੇ ਬਾਰੇ ਡਿਟੇਲ ਜਾਰੀ ਕਰਦਿਆਂ ਦੱਸਿਆ ਗਿਆ ਕਿ ਉਸ ਨੂੰ ਆਖਰੀ ਵਾਰ ਕਦੋਂ ਵੇਖਿਆ ਗਿਆ ਸੀ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗੁੰਮਸ਼ੁਦਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਗੁੰਮਸ਼ੁਦਾ ਵਿਅਕਤੀ ਭਾਰਤੀ ਮੂਲ ਦਾ ਦੱਸਿਆ ਗਿਆ, ਜਿਸ ਦਾ ਨਾਮ ਰੋਹਿਤ ਵਰਮਾ ਦੇ ਤੌਰ ਤੇ ਉੱਪਰ ਸਾਂਝਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਹਿਤ ਵਰਮਾ ਨੂੰ ਆਖਰੀ ਵਾਰ 6 ਸਤੰਬਰ ਦੌਰਾਨ ਦੇਖਿਆ ਗਿਆ ਸੀ। ਹੁਣ ਸਰੀ ਆਰਸੀਐਮਪੀ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਉਹਨਾਂ ਨੂੰ ਰੋਹਿਤ ਵਰਮਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸਾਂਝੀ ਕਰਨ। ਅਧਿਕਾਰੀਆਂ ਵੱਲੋਂ ਡਿਟੇਲ ਸਾਂਝੀ ਕਰਦਿਆਂ ਕਿਹਾ ਗਿਆ ਕਿ ਆਖਰੀ ਵਾਰ ਵਰਮਾ ਨੂੰ 10:44 ਦੇ ਕਰੀਬ ਸਵੇਰ ਵੇਲੇ 6 ਸਤੰਬਰ ਵਾਲੇ ਦਿਨ 99 ਐਵਨਿਊ ਦੇ 11600 ਬਲਾਕ ਦੇ ਵਿੱਚ ਆਖਰੀ ਵਾਰ ਦੇਖਿਆ ਗਿਆ ਸੀ। ਰੋਹਿਤ ਦਾ ਵਾਹਨ 130 ਸਟਰੀਟ ਦੇ 11700 ਬਲਾਕ ਦੇ ਵਿੱਚ ਮਿਲਿਆ। ਪੁਲਿਸ ਵੱਲੋਂ ਹੁਣ ਪਰਿਵਾਰਕ ਮੈਂਬਰਾਂ ਦੇ ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਡਿਟੇਲ ਦਿੱਤੀ ਗਈ ਹੈ ਕਿ ਵਰਮਾ ਦਾ ਕੱਦ 5 ਫੁੱਟ 7 ਇੰਚ ਹੈ। ਉਹ ਸਾਊਥ ਏਸ਼ੀਅਨ ਮੇਲ ਹੈ। ਉਸ ਦੀ ਕਾਲੀ ਰੰਗ ਦੀ ਦਾੜੀ ਤੇ ਕਾਲੇ ਰੰਗ ਦੇ ਵਾਲ ਦੱਸੇ ਜਾ ਰਹੇ ਨੇ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨਾਲ 6045990502 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800222847 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਪੁਲਿਸ ਵੱਲੋਂ ਰੋਹਿਤ ਵਰਮਾ ਦੀ ਭਾਲ ਕੀਤੀ ਜਾ ਰਹੀ ਹੈ। 3 ਬੱਚਿਆਂ ਦੇ ਸਾਹਮਣੇ ਮਾਂ ਦੇ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਾਰਵਾਈ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਹਮਲਾ ਗ੍ਰੋਸਰੀ ਸਟੋਰ ਦੇ ਵਿੱਚ ਕੀਤਾ ਗਿਆ। ਫਲੋਰੀਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 3 ਬੱਚਿਆਂ ਦੀ ਮਾਂ ਦੇ ਉੱਪਰ ਉਹਨਾਂ ਬੱਚਿਆਂ ਦੇ ਸਾਹਮਣੇ ਹੀ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਇਸ ਔਰਤ ਦੇ ਉੱਪਰ ਗ੍ਰੋਸਰੀ ਸਟੋਰ ਦੇ ਉੱਪਰ ਹਮਲਾ ਕੀਤੇ ਜਾਣ ਦੇ ਬਾਰੇ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਅਥਾਰਟੀਜ਼ ਵੱਲੋਂ ਡਿਟੇਲ ਸਾਂਝੀ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ 4:15 ਦੇ ਕਰੀਬ ਵੈਸਟ ਮੈਕਨੈਬ ਦੇ 8000 ਬਲਾਕ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਵੱਲੋਂ ਔਰਤ ਨੂੰ ਉਸਦੀ ਧੌਣ ਤੋਂ ਫੜਿਆ ਗਿਆ ਤੇ ਉਸਦੇ ਉੱਪਰ ਮੁੱਕੇ ਮਾਰਦਾ ਹੋਇਆ ਦਿਖਾਈ ਦਿੱਤਾ। ਮੌਕੇ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ, ਜਿੱਥੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਵਿਅਕਤੀ ਗ੍ਰੋਸਰੀ ਸਟੋਰ ਦੇ ਵਿੱਚ ਦਾਖਲ ਹੋਇਆ ਤੇ ਉਸ ਵੱਲੋਂ ਔਰਤ ਦੇ ਉੱਪਰ ਹਮਲਾ ਕਰ ਦਿੱਤਾ ਗਿਆ। ਜਿਸ ਵਿਅਕਤੀ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਉਸਨੇ ਚਿੱਟੇ ਰੰਗ ਦੀ ਟੋਪੀ, ਚਿੱਟੇ ਰੰਗ ਦੀ ਸ਼ਰਟ ਅਤੇ ਗਹਿਰੇ ਰੰਗ ਦੀ ਪੈਂਟ ਪਾਈ ਹੋਈ ਸੀ। ਫਿਲਹਾਲ ਪੁਲਿਸ ਵੱਲੋਂ ਪੀੜਤ ਔਰਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਕਿ ਉਸਦੇ 3 ਬੱਚਿਆਂ ਦੇ ਸਾਹਮਣੇ ਮਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਥਾਰਟੀਜ਼ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 9543215018 ਜਾਂ ਫਿਰ 9544938477 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਤਾਂ ਕਿ ਪੁਲਿਸ ਨੂੰ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲ ਸਕੇ। ਬੱਸਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਬਿਠਾ ਕੇ ਨਿਊਯਾਰਕ, ਵਾਸ਼ਿੰਗਟਨ ਡੀਸੀ ਦੇ ਵਿੱਚ ਭੇਜਿਆ ਜਾ ਰਿਹਾ ਹੈ। ਹੁਣ ਨਿਊਯਾਰਕ ਦੇ ਵਿੱਚ ਇਹਨਾਂ ਮਾਈਗ੍ਰੈਂਟਸ ਦਾ ਸਵਾਗਤ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਾਰਡਰ ਸੰਬੰਧੀ ਢਿੱਲ ਦੇਣ ਤੋਂ ਬਾਅਦ ਇਹ ਹੁਣ ਜਾਣਕਾਰੀ ਸਾਹਮਣੇ ਆਈ, ਜਿੱਥੇ ਬੱਸਾਂ ਦੇ ਵਿੱਚ ਬਿਠਾ ਕੇ ਮਾਈਗ੍ਰੈਂਟਸ ਨੂੰ ਨਿਊਯਾਰਕ ਦੇ ਵਿੱਚ ਵੀ ਭੇਜਿਆ ਜਾ ਰਿਹਾ ਹੈ। ਟੈਕਸਸ ਤੋਂ ਬੱਸਾਂ ਦੇ ਵਿੱਚ ਬਿਠਾ ਕੇ ਮਾਈਗ੍ਰੈਂਟਸ ਨੂੰ ਨਿਊਯਾਰਕ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਨਿਊਯਾਰਕਰਸ ਦਾ ਇਸ ਮਾਮਲੇ ਸੰਬੰਧੀ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਮਾਈਗ੍ਰੈਂਟਸ ਦਾ ਸਵਾਗਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਟੈਕਸਸ ਤੋਂ ਬੱਸਾਂ ਵਿੱਚ ਬਿਠਾ ਕੇ ਭੇਜਿਆ ਜਾ ਰਿਹਾ ਹੈ। ਇਸ ਬਾਰੇ ਕੁਝ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਹੈ, ਪਰ ਦੂਜੇ ਪਾਸੇ ਕੁਝ ਨਿਊਯਾਰਕਰ ਇਸ ਦੇ ਨਾਲ ਸਹਿਮਤ ਵੀ ਨਹੀਂ ਦਿਖਾਈ ਦੇ ਰਹੇ। ਟੈਕਸਸ ਤੋਂ ਹੁਣ ਤੱਕ 40 ਬੱਸਾਂ ਦੇ ਵਿੱਚ ਬਿਠਾ ਕੇ ਮਾਈਗ੍ਰੈਂਟਸ ਨੂੰ ਨਿਊਯਾਰਕ ਸ਼ਹਿਰ ਦੇ ਵਿੱਚ ਭੇਜਿਆ ਗਿਆ। ਗਵਰਨਰ ਵੱਲੋਂ ਜੋ ਅੰਕੜਾ ਪੇਸ਼ ਕੀਤਾ ਗਿਆ ਉਸ ਮੁਤਾਬਕ 2100 ਮਾਈਗ੍ਰੈਂਟਸ ਨੂੰ ਲੈ ਕੇ 40 ਬੱਸਾਂ ਨਿਊਯਾਰਕ ਦੇ ਵਿੱਚ ਪਹੁੰਚ ਚੁੱਕੀਆਂ ਨੇ। ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਤੇ ਸ਼ਿਕਾਗੋ ਦੇ ਵਿੱਚ ਵੀ ਬੱਸਾਂ ਭੇਜਣ ਦਾ ਸਿਲਸਿਲਾ ਜਾਰੀ ਹੈ। ਇੱਥੇ ਜੋ ਬਾਰਡਰ ਕ੍ਰਾਈਸਿਸ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ। ਦੱਸ ਦਈਏ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਵੱਲੋਂ ਜਿਹੜੀਆਂ ਬਾਰਡਰ ਦੇ ਉੱਪਰ ਲਗਾਈਆਂ ਗਈਆਂ ਪਾਬੰਦੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇਗਾ, ਪਰ ਬਹੁਤ ਸਾਰੇ ਅਜਿਹੇ ਗਵਰਨਰ ਨੇ ਜਿਨ੍ਹਾਂ ਨੂੰ ਇਹ ਗੱਲ ਮਨਜ਼ੂਰ ਨਹੀਂ। ਉਹਨਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਜਦੋਂ ਬਾਈਡਨ ਪ੍ਰਸ਼ਾਸਨ ਵੱਲੋਂ ਢਿੱਲ ਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਕੁਝ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਇਸੇ ਦੇ ਵਿੱਚ ਟੈਕਸਸ ਦੇ ਗਵਰਨਰ ਵੀ ਹਨ, ਜਿਨ੍ਹਾਂ ਵੱਲੋਂ ਬੱਸਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਬਿਠਾ ਕੇ ਲਗਾਤਾਰ ਰਾਜਧਾਨੀ ਦੇ ਵੱਲ ਤੇ ਹੋਰ ਨਿਊਯਾਰਕ ਸ਼ਹਿਰ ਵਰਗੀਆਂ ਥਾਵਾਂ ਦੇ ਵੱਲ ਭੇਜਿਆ ਜਾ ਰਿਹਾ ਹੈ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਸੂਬੇ ਦੇ ਵਿੱਚ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹਰ ਇੱਕ ਸੂਬੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ 47% ਦੀ ਗਿਰਾਵਟ ਦੱਸੀ ਜਾ ਰਹੀ ਹੈ, ਜੋ ਕਿ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਸੰਬੰਧੀ ਰਿਕਾਰਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਹੜੀ ਥਾਂ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 436, ਨਿਊਯਾਰਕ 3542, ਜਾਰਜੀਆ 1522, ਕੈਲੀਫੋਰਨੀਆ 4140, ਫਲੋਰੀਡਾ 2148, ਮੈਰੀਲੈਂਡ 559, ਇਲੀਨੋਇਸ 1128, नेवाडा 204, न्यू जर्सी 595, टेक्सास 1871, वाशिंगटन 484, एरिजोना 356, रोड आइलैंड 53, मैसेच्यूसेट्स 336, पेंसिल्वेनिया 618, लुजियाना 198, वर्जीनिया 364, कोलोराडो 235, पोर्टोरिको 126, नॉर्थ कैरोलिना 382, यूटा 111, ऑरिगन 141, टेनेसी 213, इंडियाना 182, मिनीसोटा 141, नॉर्थ कैरोलिना 120, मिशिगन 202, हायो 213, हवाई 25, अलाबामा 82, न्यू हैम्पशायर 22, मिसिसिपी 44, नेब्रास्का 28, अरकानसास 43, न्यू मैक्सिको 27, मिसूरी 61, विस्कॉन्सिन 56, केंटुकी 34, नॉर्थ डकोटा 5, ओक्लाहोमा 24, मेन 7, वेरमोंट 3, मोंटाना 5, वेस्ट वर्जीनिया 8, अलास्का 3, वायोमिंग 2, कैंसस 7 ਤੇ ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਗ੍ਰਿਫਤਾਰ, ਪੁਲਿਸ ਵੱਲੋਂ ਲਗਾਏ ਗਏ ਚਾਰजेस। ਕੈਨੇਡਾ ਦੀ ਆਰਥਿਕਤਾ ਦੇ ਉੱਪਰ ਪਿਆ ਅਸਰ, 40,000 ਨੌਕਰੀਆਂ ਹੋਈਆਂ ਘੱਟ। ਵੱਡੇ ਸਿਆਸਤਦਾਨ ਲੜ ਰਹੀ ਮੇਅਰ ਦੀ ਚੋਣ, ਫੈਡਰਲ ਸਿਆਸਤ ਛੱਡ ਲੋਕਲ ਸਿਆਸਤ ਦੇ ਵਿੱਚ ਸਰਗਰਮ। $4.9 ਮਿਲੀਅਨ ਦੀ ਭੰਗ ਬਰਾਮਦ, 2 ਬਜ਼ੁਰਗਾਂ ਖਿਲਾਫ ਕਾਰਵਾਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।